ਅੱਜ ਅਸੀਂ ਪੰਡਿਤ श्री राम शर्मा आचार्य जी ਦੀ मूल हिंदी रचना शिक्षा व्यवस्था में आमूल-चूल परिवर्तन की आवश्यकता ਵਿੱਚ ਦਿੱਤੇ ਗਏ ਗਹਿਰੇ ਵਿਚਾਰਾਂ ਦੀ ਯਾਤਰਾ ਕਰਾਂਗੇ। ਇਹ ਵਿਚਾਰ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਜਿਸ ਸਿੱਖਿਆ ਪ੍ਰਣਾਲੀ ਤੇ ਅਸੀਂ ਚੱਲ ਰਹੇ ਹਾਂ ਕਿ ਉਹ ਸੱਚਮੁੱਚ ਸਾਨੂੰ ਸਹੀ ਮੰਜ਼ਿਲ ਵੱਲ ਲੈ ਕੇ ਜਾ ਰਹੀ ਹੈ। ਆਓ ਇਸ ਸਵਾਲ ਦੇ ਜਵਾਬ ਨੂੰ ਖੋਜਣ ਦੀ ਕੋਸ਼ਿਸ਼ ਕਰੀਏ। ਦੇਖੋ, ਇਸ ਸਫ਼ਰ ਤੇ ਅਸੀਂ ਕਿਵੇਂ ਅੱਗੇ ਵਧਾਂਗੇ। ਸਭ ਤੋਂ ਪਹਿਲਾਂ ਅਸੀਂ ਸਿੱਖਿਆ ਦੇ ਇੱਕ ਬੜੇ ਅਜੀਬ ਵਿਰੋਧਾਭਾਸ ਨੂੰ ਸਮਝਾਂਗੇ। ਫਿਰ ਇਸ ਦੀਆਂ ਜੜ੍ਹਾਂ ਤੱਕ ਜਾਵਾਂਗੇ ਕਿ ਆਖਿਰ ਇਹ ਸਮੱਸਿਆ ਆਈ ਕਿੱਥੋਂ। ਇਸ ਤੋਂ ਬਾਅਦ ਇੱਕ ਸਹੀ ਸਿੱਖਿਆ ਦੇ 3 ਮਜ਼ਬੂਤ ਥੰਬਾਂ ਬਾਰੇ ਗੱਲ ਕਰਾਂਗੇ ਅਤੇ ਫਿਰ ਦੇਖਾਂਗੇ ਕਿ ਇੱਕ ਨਵੇਂ ਯੁੱਗ ਦੀ ਉਸਾਰੀ ਕਿਵੇਂ ਹੋ ਸਕਦੀ ਹੈ ਅਤੇ ਅੰਤ ਵਿੱਚ ਸਾਰੀਆਂ ਮੁੱਖ ਗੱਲਾਂ ਨੂੰ ਇਕੱਠਾ ਕਰਾਂਗੇ। ਤਾਂ ਫਿਰ ਆਓ ਪਹਿਲੇ ਪੜਾਅ ਨਾਲ ਸ਼ੁਰੂ ਕਰਦੇ ਹਾਂ। ਸਿੱਖਿਆ ਦਾ ਵਿਰੋਧਾਭਾਸ। ਇਹ ਇੱਕ ਅਜਿਹੀ ਹੈਰਾਨ ਕਰਨ ਵਾਲੀ ਸਥਿਤੀ ਹੈ ਜਿੱਥੇ ਪੜ੍ਹਾਈ ਲਿਖਾਈ ਵਧ ਰਹੀ ਹੈ ਪਰ ਅਸਲ ਜ਼ਿੰਦਗੀ ਵਿੱਚ ਆਤਮ ਨਿਰਭਰਤਾ ਘਟਦੀ ਜਾ ਰਹੀ ਹੈ। ਸੋਚਣ ਵਾਲੀ ਗੱਲ ਹੈ ਨਾ? ਇਹ ਇੱਕ ਅਜਿਹਾ ਸਵਾਲ ਹੈ ਜੋ ਸੱਚਮੁੱਚ ਸਾਨੂੰ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰਦਾ ਹੈ। ਕਿਉਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਘੁੰਮ ਰਿਹਾ ਹੈ ਜਦਕਿ ਇੱਕ ਅਨਪੜ੍ਹ ਜਾਂ ਘੱਟ ਪੜ੍ਹਿਆ ਲਿਖਿਆ ਬੰਦਾ ਆਪਣੀ ਰੋਟੀ ਕਮਾਉਣ ਦਾ ਕੋਈ ਨਾ ਕੋਈ ਰਾਹ ਲੱਭ ਹੀ ਲੈਂਦਾ ਹੈ। ਇਹ ਸਾਡੇ ਆਸ-ਪਾਸ ਹਰ ਰੋਜ਼ ਹੁੰਦਾ ਹੈ, ਪਰ ਇਹ ਕਿੰਨਾ ਅਜੀਬ ਹੈ। ਜ਼ਰਾ ਇਸ ਤਸਵੀਰ ਨੂੰ ਦੇਖੋ। ਇੱਕ ਪਾਸੇ ਉਹ ਨੌਜਵਾਨ ਹੈ ਜਿਸ ਕੋਲ ਡਿਗਰੀਆਂ ਹਨ ਪਰ ਨੌਕਰੀ ਨਹੀਂ। ਉਹ ਪਰਿਵਾਰ ਤੇ ਸਮਾਜ ਤੇ ਇੱਕ ਤਰ੍ਹਾਂ ਦਾ ਬੋਝ ਬਣ ਜਾਂਦਾ ਹੈ। ਹੁਣ ਦੂਜੇ ਪਾਸੇ ਦੇਖੋ, ਇੱਕ ਕਿਸਾਨ ਜਾਂ ਲੋਹਾਰ ਦਾ ਮੁੰਡਾ ਜੋ ਛੋਟੀ ਉਮਰ ਤੋਂ ਹੀ ਆਪਣੇ ਪਿਓ ਦਾਦੇ ਦੇ ਕੰਮ ਵਿੱਚ ਹੱਥ ਵਟਾਉਂਦਾ ਹੈ ਤੇ ਦੇਖਦੇ ਹੀ ਦੇਖਦੇ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ। ਜੇਕਰ ਉਦਾਹਰਨਾਂ ਦੀ ਗੱਲ ਕਰੀਏ ਤਾਂ ਅਚਾਰ ਦਾ ਇੱਕ ਪੂਰਾ ਸਾਮਰਾਜ ਖੜਾ ਕਰਨ ਵਾਲੇ ਅਬਦੁਲ ਕਰੀਮ ਪੜ੍ਹੇ ਲਿਖੇ ਨਹੀਂ ਸਨ। ਉਹਨਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਬੰਧੂਆ ਮਜ਼ਦੂਰ ਸੀ, ਪਰ ਦੇਖੋ ਉਹਨਾਂ ਨੇ ਆਪਣੀ ਮਿਹਨਤ ਤੇ ਦਮ ਤੇ ਕੀ ਕੁਝ ਕਰ ਦਿਖਾਇਆ। ਤੇ ਕੋਈ ਇਕੱਲੀ ਕਹਾਣੀ ਨਹੀਂ ਹੈ। ਦੁਨੀਆ ਭਰ ਵਿੱਚ ਮਸ਼ਹੂਰ ਚਾਹ ਕੰਪਨੀ ਲਿਪਟਨ ਦੇ ਸੰਸਥਾਪਕ ਦਾ ਜੀਵਨ ਵੀ ਗਰੀਬੀ ਵਿੱਚ ਅਤੇ ਬਿਨਾਂ ਕਿਸੇ ਰਸਮੀ ਸਿੱਖਿਆ ਦੇ ਸ਼ੁਰੂ ਹੋਇਆ ਸੀ। ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਇਸੇ ਕਰਕੇ ਆਚਾਰੀਆ ਜੀ ਬਹੁਤ ਸਖਤ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਪੜ੍ਹੇ ਲਿਖੇ ਹੋ ਕੇ ਵੀ ਬੇਰੁਜ਼ਗਾਰ ਹੋਣਾ ਇੱਕ ਤਰ੍ਹਾਂ ਦਾ ਸਰਾਪ ਹੀ ਸਮਝਿਆ ਜਾਣਾ ਚਾਹੀਦਾ ਹੈ। ਇਹ ਇੱਕ ਲਾਈਨ ਇਸ ਸਮੱਸਿਆ ਦੀ ਪੂਰੀ ਗੰਭੀਰਤਾ ਨੂੰ ਬਿਆਨ ਕਰ ਦਿੰਦੀ ਹੈ। ਅੱਛਾ, ਤਾਂ ਇਹ ਸਮੱਸਿਆ ਆਖਿਰ ਆਈ ਕਿੱਥੋਂ? ਇਸ ਦੀ ਜੜ ਕਿੱਥੇ ਹੈ? ਚਲੋ ਹੁਣ ਦੂਜੇ ਹਿੱਸੇ ਵਿੱਚ ਇਸ ਸਿਸਟਮ ਦੀਆਂ ਡੂੰਘੀਆਂ ਜੜ੍ਹਾਂ ਨੂੰ ਫਰੋਲਦੇ ਹਾਂ ਤੇ ਸਮਝਦੇ ਹਾਂ ਕਿ ਇਸ ਪਿੱਛੇ ਅਸਲ ਕਾਰਨ ਕੀ ਹਨ। ਇਹ ਸੁਣ ਕੇ ਸ਼ਾਇਦ ਬਹੁਤ ਹੈਰਾਨੀ ਹੋਵੇਗੀ, ਪਰ ਕਈ ਸਰਵੇਖਣ ਰਿਪੋਰਟਾਂ ਇੱਕ ਬਹੁਤ ਹੀ ਚਿੰਤਾਜਨਕ ਸੱਚਾਈ ਸਾਹਮਣੇ ਲਿਆਉਂਦੀਆਂ ਹਨ। ਉਹ ਦੱਸਦੀਆਂ ਹਨ ਕਿ ਵੱਡੇ ਅਤੇ ਸ਼ਾਤਿਰ ਅਪਰਾਧਾਂ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਦੀ ਗਿਣਤੀ ਅਨਪੜ੍ਹਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਹ ਸਿੱਖਿਆ ਦੇ ਮਕਸਦ ਤੇ ਹੀ ਸਵਾਲ ਖੜਾ ਕਰਦਾ ਹੈ। ਹੁਣ ਸਵਾਲ ਉੱਠਦਾ ਹੈ, ਅਜਿਹਾ ਕਿਉਂ? ਕਾਰਨ ਇਹ ਹੈ ਕਿ ਵੱਡੇ ਘਪਲੇ ਕਰਨ ਜਾਂ ਕਾਨੂੰਨ ਦੀਆਂ ਅੱਖਾਂ ਵਿੱਚ ਕੱਟਾ ਪਾਉਣ ਲਈ ਜਿਸ ਤੇਜ਼ ਦਿਮਾਗ ਤੇ ਚਾਲਾਕੀ ਦੀ ਲੋੜ ਹੁੰਦੀ ਹੈ ਉਹ ਅਕਸਰ ਪੜ੍ਹੇ ਲਿਖੇ ਲੋਕਾਂ ਕੋਲ ਹੁੰਦੀ ਹੈ, ਜਦਕਿ ਅਨਪੜ੍ਹ ਲੋਕਾਂ ਦੇ ਤਰੀਕੇ ਅਕਸਰ ਸਿੱਧੇ ਸਾਦੇ ਹੁੰਦੇ ਹਨ। ਇਹ ਸਾਰੀ ਸਮੱਸਿਆ ਦੀ ਸਭ ਤੋਂ ਵੱਡੀ ਇਤਿਹਾਸਿਕ ਜੜ ਹੈ ਲਾਰਡ ਮੈਕਾਲੇ ਦੀ ਬਣਾਈ ਸਿੱਖਿਆ ਪ੍ਰਣਾਲੀ। ਦੇਖੋ, ਇਸ ਦਾ ਮਕਸਦ ਸਿਰਫ ਤੇ ਸਿਰਫ ਇੱਕ ਸੀ, ਅੰਗਰੇਜ਼ੀ ਹਕੂਮਤ ਲਈ ਕਲਰਕ ਯਾਨੀ ਬਾਬੂ ਪੈਦਾ ਕਰਨਾ। ਤੇ ਦੁੱਖ ਦੀ ਗੱਲ ਇਹ ਹੈ ਕਿ ਉਸੇ ਸੋਚ ਦੀ ਵਿਰਾਸਤ ਅੱਜ ਵੀ ਸਾਡੇ ਸਿਸਟਮ ਤੇ ਹਾਵੀ ਹੈ। ਅਤੇ ਦੂਜਾ ਵੱਡਾ ਕਾਰਨ ਹੈ ਇੱਕ ਮਾਨਸਿਕ ਗੁਲਾਮੀ। ਅੰਗਰੇਜ਼ ਸਾਡੇ ਦਿਮਾਗ ਵਿੱਚ ਇੱਕ ਗੱਲ ਬਿਠਾ ਗਏ ਕਿ ਹੱਥੀਂ ਕੰਮ ਕਰਨਾ ਛੋਟੇ ਲੋਕਾਂ ਦਾ ਕੰਮ ਹੈ ਤੇ ਪੜ੍ਹੇ ਲਿਖੇ ਵੱਡੇ ਲੋਕਾਂ ਦੀ ਸ਼ਾਨ ਦੇ ਖਿਲਾਫ ਹੈ। ਇਸ ਇੱਕ ਸੋਚ ਨੇ ਸਾਨੂੰ ਹੁਨਰ ਅਤੇ ਸਵੈ-ਮਾਣ ਤੋਂ ਤੋੜ ਦਿੱਤਾ। ਚਲੋ ਹੁਣ ਸਮੱਸਿਆਵਾਂ ਦੀ ਗੱਲ ਬਹੁਤ ਹੋ ਗਈ। ਸਵਾਲ ਇਹ ਹੈ ਕਿ ਇਸ ਦਾ ਹੱਲ ਕੀ ਹੈ। ਤਾਂ ਆਓ ਹੁਣ ਆਚਾਰੀਆ ਜੀ ਦੇ ਦੱਸੇ ਹੋਏ ਉਸ ਰਸਤੇ ਤੇ ਚੱਲੀਏ ਜਿੱਥੇ ਇੱਕ ਸੱਚੀ ਅਤੇ ਸੰਪੂਰਨ ਸਿੱਖਿਆ ਦੇ 3 ਮਜ਼ਬੂਤ ਥੰਬਾਂ ਦੀ ਗੱਲ ਹੁੰਦੀ ਹੈ। ਦੇਖੋ, ਇੱਕ ਅਸਲੀ ਸਿੱਖਿਆ ਦੇ 3 ਮੂਲ ਟੀਚੇ ਹੁੰਦੇ ਹਨ। ਪਹਿਲਾ, ਸਵੈ ਨਿਰਭਰਤਾ ਯਾਨੀ ਆਪਣੇ ਪੈਰਾਂ ਤੇ ਖੜੇ ਹੋਣਾ। ਦੂਜਾ, ਚਰਿੱਤਰ ਨਿਰਮਾਣ ਯਾਨੀ ਇੱਕ ਚੰਗਾ ਇਨਸਾਨ ਬਣਨਾ। ਅਤੇ ਤੀਸਰਾ, ਸਮਾਜਿਕ ਕਰਤੱਵ ਯਾਨੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ। ਪਹਿਲਾ ਥੰਬ ਹੈ ਸਵੈ ਨਿਰਭਰਤਾ। ਇਸ ਦਾ ਮਤਲਬ ਇਹ ਹੈ ਕਿ ਸਿੱਖਿਆ ਸਿਰਫ ਕਿਤਾਬੀ ਨਾ ਹੋਵੇ, ਬਲਕਿ ਉਸ ਵਿੱਚ ਕੋਈ ਨਾ ਕੋਈ ਹੁਨਰ, ਕੋਈ ਤਕਨੀਕੀ ਗਿਆਨ ਜ਼ਰੂਰ ਸ਼ਾਮਿਲ ਹੋਵੇ ਤਾਂ ਕਿ ਇਨਸਾਨ ਨੌਕਰੀ ਲੱਭਣ ਦੀ ਬਜਾਏ ਆਪਣਾ ਕੰਮ ਖੁਦ ਸ਼ੁਰੂ ਕਰਨ ਦੇ ਕਾਬਿਲ ਬਣੇ, ਜਿਵੇਂ ਜਾਪਾਨ ਵਰਗੇ ਦੇਸ਼ਾਂ ਵਿੱਚ ਹੁੰਦਾ ਹੈ। ਪਰ ਸਿਰਫ ਹੁਨਰ ਹੀ ਕਾਫੀ ਨਹੀਂ ਹੈ। ਦੂਜਾ ਅਤੇ ਸਭ ਤੋਂ ਜ਼ਰੂਰੀ ਥੰਬ ਹੈ ਚਰਿੱਤਰ ਨਿਰਮਾਣ, ਕਿਉਂਕਿ ਜੇਕਰ ਚਰਿੱਤਰ ਮਜ਼ਬੂਤ ਨਹੀਂ ਹੈ ਤਾਂ ਉਹੀ ਹੁਨਰ ਅਤੇ ਉਹੀ ਯੋਗਤਾ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਦਾ ਕਾਰਨ ਬਣ ਜਾਂਦੀ ਹੈ।
ਸਿੱਖਿਆ ਦਾ ਕੰਮ ਇਮਾਨਦਾਰੀ ਦੇ ਸੰਸਕਾਰ ਦੇਣਾ ਹੈ। ਅਤੇ ਤੀਜਾ ਥੰਮ ਹੈ ਸਮਾਜਿਕ ਕਰਤੱਵ। ਮਤਲਬ ਇੱਕ ਪੜ੍ਹਿਆ ਲਿਖਿਆ ਇਨਸਾਨ ਸਿਰਫ ਆਪਣੇ ਬਾਰੇ ਨਾ ਸੋਚੇ, ਉਸਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸਨੇ ਜੋ ਕੁਝ ਵੀ ਹਾਸਿਲ ਕੀਤਾ ਹੈ ਉਹ ਇਸੇ ਸਮਾਜ ਤੋਂ ਕੀਤਾ ਹੈ। ਇਸ ਲਈ ਉਸਦਾ ਵੀ ਫਰਜ਼ ਬਣਦਾ ਹੈ ਕਿ ਉਹ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਵੇ। ਤਾਂ ਫਿਰ ਇਹਨਾਂ ਤਿੰਨਾਂ ਥੰਮਾਂ ਤੇ ਇੱਕ ਨਵੇਂ ਸਮਾਜ ਦੀ, ਇੱਕ ਨਵੇਂ ਯੁੱਗ ਦੀ ਨੀਂਹ ਕਿਵੇਂ ਰੱਖੀ ਜਾਵੇ? ਆਓ ਹੁਣ ਆਪਣੇ ਆਖਰੀ ਭਾਗ ਵਿੱਚ ਉਹਨਾਂ ਕਦਮਾਂ ਬਾਰੇ ਸੋਚੀਏ ਜੋ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲ ਸਕਦੇ ਹਨ। ਇੱਥੇ ਇੱਕ ਬਹੁਤ ਹੀ ਡੂੰਘਾ ਸਿਧਾਂਤ ਸਮਝਣ ਵਾਲਾ ਹੈ। ਜੇਕਰ ਕਦੇ ਦਿਮਾਗ ਅਤੇ ਚਰਿੱਤਰ ਵਿੱਚੋਂ ਇੱਕ ਨੂੰ ਚੁਣਨਾ ਪਵੇ ਤਾਂ ਚੋਣ ਹਮੇਸ਼ਾ ਚਰਿੱਤਰ ਦੀ ਹੋਣੀ ਚਾਹੀਦੀ ਹੈ, ਕਿਉਂਕਿ ਚਰਿੱਤਰ ਤੋਂ ਬਿਨਾਂ ਦਿਮਾਗ ਤਬਾਹੀ ਮਚਾਉਂਦਾ ਹੈ, ਪਰ ਚਰਿੱਤਰ ਦੇ ਨਾਲ ਹੀ ਉਹੀ ਦਿਮਾਗ ਸਮਾਜ ਦੀ ਅਸਲ ਤਰੱਕੀ ਦਾ ਕਾਰਨ ਬਣਦਾ ਹੈ। ਆਚਾਰੀਆ ਜੀ ਇਸ ਨੂੰ ਇੱਕ ਬਹੁਤ ਹੀ ਖੂਬਸੂਰਤ ਉਦਾਹਰਣ ਨਾਲ ਸਮਝਾਉਂਦੇ ਹਨ। ਉਹ ਕਹਿੰਦੇ ਹਨ, ਇੱਕ ਵੱਡਾ ਆਦਮੀ ਸੁੱਕੇ ਬਾਂਸ ਦੀ ਤਰ੍ਹਾਂ ਹੁੰਦਾ ਹੈ ਜਿਸ ਨੂੰ ਮੋੜਨਾ ਬਹੁਤ ਔਖਾ ਹੈ, ਜਦਕਿ ਇੱਕ ਬੱਚਾ ਹਰੀ ਕਚੂਰ ਟਾਹਣੀ ਵਰਗਾ ਹੁੰਦਾ ਹੈ ਜਿਸ ਨੂੰ ਜਿਵੇਂ ਚਾਹੋ ਮੋੜ ਸਕਦੇ ਹੋ। ਇਸ ਦਾ ਮਤਲਬ ਸਾਫ਼ ਹੈ, ਚਰਿੱਤਰ ਨਿਰਮਾਣ ਦੀ ਸ਼ੁਰੂਆਤ ਬਚਪਨ ਤੋਂ ਹੀ ਹੋਣੀ ਚਾਹੀਦੀ ਹੈ। ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈ, ਸਾਡਾ ਇਤਿਹਾਸ ਇਸ ਦਾ ਗਵਾਹ ਹੈ। ਸਾਡੀ ਪ੍ਰਾਚੀਨ ਗੁਰੂਕੁਲ ਪ੍ਰਣਾਲੀ ਇਸ ਦਾ ਸਭ ਤੋਂ ਵਧੀਆ ਸਬੂਤ ਹੈ। ਉੱਥੇ ਉੱਚ ਚਰਿੱਤਰ ਵਾਲੇ ਗੁਰੂ ਪੜ੍ਹਾਈ ਦੇ ਨਾਲ-ਨਾਲ ਸੰਸਕਾਰ ਵੀ ਦਿੰਦੇ ਸਨ, ਜਿਸ ਨਾਲ ਗਿਆਨ ਅਤੇ ਚਰਿੱਤਰ ਦੋਵਾਂ ਪੱਖੋਂ ਮਜ਼ਬੂਤ ਸ਼ਖਸੀਅਤਾਂ ਤਿਆਰ ਹੁੰਦੀਆਂ ਸਨ। ਪਰ ਇਹ ਬਦਲਾਅ ਸਿਰਫ ਸਰਕਾਰ ਦੇ ਭਰੋਸੇ ਤੇ ਨਹੀਂ ਆ ਸਕਦਾ। ਆਚਾਰੀਆ ਜੀ ਇੱਕ ਸੱਦਾ ਦਿੰਦੇ ਹਨ। ਉਹ ਕਹਿੰਦੇ ਹਨ, ਜਿਨ੍ਹਾਂ ਲੋਕਾਂ ਦੇ ਦਿਲ ਵਿੱਚ ਦੇਸ਼ ਸੇਵਾ ਦੀ ਭਾਵਨਾ ਹੈ, ਉਨ੍ਹਾਂ ਨੂੰ ਖੁਦ ਅੱਗੇ ਆਉਣਾ ਪਵੇਗਾ ਅਤੇ ਅਜਿਹੇ ਸਕੂਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਪਵੇਗਾ। ਤਾਂ ਚਲੋ ਅਖੀਰ ਵਿੱਚ ਸਾਰੀ ਗੱਲਬਾਤ ਦੇ ਮੁੱਖ ਨੁਕਤਿਆਂ ਨੂੰ ਇੱਕ ਵਾਰੀ ਫਿਰ ਤੋਂ ਦੁਹਰਾ ਲਈਏ ਤਾਂ ਜੋ ਇਹ ਵਿਚਾਰ ਸਾਡੇ ਮਨ ਵਿੱਚ ਚੰਗੀ ਤਰ੍ਹਾਂ ਬੈਠ ਜਾਣ। ਤਾਂ ਫਿਰ ਸਿੱਟਾ ਕੀ ਨਿਕਲਿਆ? ਪਹਿਲੀ ਗੱਲ, ਸਾਡੇ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਕਮੀਆਂ ਹਨ ਜੋ ਬੇਰੁਜ਼ਗਾਰੀ ਤੇ ਨੈਤਿਕ ਗਿਰਾਵਟ ਨੂੰ ਜਨਮ ਦੇ ਰਹੀ ਹੈ। ਦੂਸਰਾ, ਇਸ ਦੀਆਂ ਜੜ੍ਹਾਂ ਗੁਲਾਮੀ ਦੀ ਸੋਚ ਅਤੇ ਹੱਥੀਂ ਕੰਮ ਕਰਨ ਤੋਂ ਨਫ਼ਰਤ ਵਿੱਚ ਹਨ। ਤੀਸਰਾ, ਅਸਲੀ ਸਿੱਖਿਆ ਤਿੰਨ ਥੰਮਾਂ ਤੇ ਖੜੀ ਹੈ: ਸਵੈ-ਨਿਰਭਰਤਾ, ਚੰਗਾ ਚਰਿੱਤਰ ਅਤੇ ਸਮਾਜ ਪ੍ਰਤੀ ਫਰਜ਼। ਅਤੇ ਸਭ ਤੋਂ ਅਹਿਮ ਗੱਲ, ਇਹ ਨਵੀਂ ਪ੍ਰਣਾਲੀ ਬਣਾਉਣ ਦੀ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਨਹੀਂ ਬਲਕਿ ਸਮਾਜ ਦੀ ਸੇਵਾ ਕਰਨ ਵਾਲੇ ਹਰ ਨਾਗਰਿਕ ਦੀ ਹੈ। ਇਹੀ ਇੱਕ ਬਿਹਤਰ ਭਵਿੱਖ ਦਾ ਰਸਤਾ ਹੈ।